इस प्रोग्राम के प्रायोजक apnapunjab.com अपनियां नूं अपनियां नाल मिलाए। माही मीडिया प्लस की पेशकश टेल मी डॉक्टर। ਅੱਖਾਂ ਦੀ ਰੌਸ਼ਨੀ ਨਾਲ ਹੀ ਅਸੀਂ ਇਸ ਦੁਨੀਆ ਦੇ ਇਸ ਕੁਦਰਤ ਦਿੱਤੇ ਹੋਏ ਤਰ੍ਹਾਂ ਤਰ੍ਹਾਂ ਦੇ ਨਜ਼ਾਰੇ ਅਸੀਂ ਮਾਣਦੇ ਹਾਂ ਔਰ ਇਹਦੇ ਵਿੱਚ ਵਿਘਨ ਪੈਣ ਨਾਲ ਇਹਨਾਂ ਨਜ਼ਾਰਿਆਂ ਤੋਂ ਅਸੀਂ ਹਮੇਸ਼ਾ ਲਈ ਵਾਂਝੇ ਹੋ ਜਾਂਦੇ ਹਾਂ। ਅੱਖਾਂ ਦੀਆਂ ਅਨੇਕਾਂ ਬਿਮਾਰੀਆਂ ਹਨ ਪਰ ਮੁੱਖ ਤੌਰ 'ਤੇ ਚਿੱਟਾ ਮੋਤੀਆ ਜਿਹਨੂੰ ਅਸੀਂ ਕੈਟਰਡ ਕਹਿੰਦੇ ਹਾਂ, ਕਾਲਾ ਮੋਤੀਆ ਉਹਨੂੰ ਜਿਸ ਨੂੰ ਅਸੀਂ ਗਲੂਕੋਮਾ ਕਹਿੰਦੇ ਹਾਂ, ਫਿਰ ਪਰਦੇ ਦੀਆਂ ਬਿਮਾਰੀਆਂ ਜਿਸ ਤਰ੍ਹਾਂ ਕਿ ਅੱਜ ਸ਼ੱਕਰ ਰੋਗ, ਡਾਇਬਟੀਜ਼, ਮਲਾਈਟਿਸ ਜਿਹਨੂੰ ਕਹਿੰਦੇ ਹਾਂ, ਉਹ ਸਾਡੀਆਂ ਪਰਦਿਆਂ 'ਤੇ ਬੁਰਾ ਅਸਰ ਪੈਂਦਾ ਹੈ। ਅੱਖਾਂ ਦੇ ਵਿੱਚ ਖੂਨ ਆ ਜਾਂਦਾ ਹੈ, ਡਾਇਬਟੀਜ਼, ਉਹਨੂੰ ਅਸੀਂ ਡਾਇਬਟਿਕ ਰੈਟਨੋਪੈਥੀ ਕਹਿੰਦੇ ਹਾਂ, ਪਰਦੇ ਦਾ ਡਿੱਗ ਜਾਣਾ, ਫਿਰ ਤੀਰ ਜਿਹਨੂੰ ਅਸੀਂ ਭੈਂਗਾਪਨ ਕਹਿੰਦੇ ਹਾਂ, ਅਤੇ ਸਾਡੀਆਂ ਦੋਨੋਂ ਅੱਖਾਂ ਦੀ ਆਪਣੀ ਅਲਾਈਨਮੈਂਟ ਜਿਹਨੂੰ ਕਹਿੰਦੇ ਆ ਕਿ ਸਿੱਧੀਆਂ ਅੱਖਾਂ ਜਿਸ ਤਰ੍ਹਾਂ ਆਮ ਆਦਮੀ ਦੀਆਂ ਨਹੀਂ ਹੁੰਦੀਆਂ, ਉਹ ਤੀਰ ਜਾਂ ਭੈਂਗਾਪਨ ਹੋ ਜਾਂਦਾ ਹੈ। ਔਰ ਇਸ ਤੋਂ ਇਲਾਵਾ ਅੱਖਾਂ ਦੀਆਂ ਹੋਰ ਪਲਕਾਂ ਦਾ ਡਿੱਗ ਜਾਣਾ, ਇਹ ਅਨੇਕਾਂ ਬਿਮਾਰੀਆਂ ਹਨ। ਪਰ ਅਸੀਂ ਅੱਜ ਇੱਕ ਅਹਿਮ ਵਿਸ਼ਾ ਜਿਹਨੂੰ ਕਿ ਅਸੀਂ ਚਿੱਟਾ ਮੋਤੀਆ ਜਾਂ ਕੈਟਰਡ ਕਹਿੰਦੇ ਹਾਂ ਉਸ 'ਤੇ ਵਿਚਾਰ ਕਰਾਂਗੇ। ਅੱਖ ਇੱਕ ਫੁੱਟਬਾਲ ਨੁਮਾ ਇੱਕ ਆਈ ਬਾਲ ਜਿਹਨੂੰ ਅਸੀਂ ਕਹਿੰਦੇ ਹਾਂ। ਸਭ ਤੋਂ ਬਾਹਰ ਇਹ ਕੋਰਨੀਆ ਹੁੰਦਾ ਹੈ। ਇਹ ਕੋਰਨੀਆ ਜਿਹਦਾ ਕੋਈ ਰੰਗ ਨਹੀਂ, ਇੱਕ ਟਰਾਂਸਪੇਰੈਂਟ ਵਿੰਡੋ ਜਿਹਨੂੰ ਅਸੀਂ ਕਹਿੰਦੇ ਸਾਡੇ ਕਮਰੇ ਦੀ ਤਾਕੀ ਦਾ ਸ਼ੀਸ਼ਾ ਜਿਹੜਾ ਕਿ ਸਾਫ਼ ਹੋਣੀ ਚਾਹੀਦੀ ਹੈ। ਇੱਥੋਂ ਲੋ ਲੰਘ ਕੇ ਸਾਡੀ ਅੱਖ ਦੀ ਪੁਤਲੀ ਵਿੱਚੋਂ ਜਿਹੜੀ ਕਿ ਹੈ ਇਹ ਸਾਡਾ ਰੰਗ ਹੈ, ਇਹ ਸਾਡੀ ਕੁਦਰਤੀ ਜਿਹੜਾ ਸਾਡੀਆਂ ਅੱਖਾਂ ਦਾ ਰੰਗ, ਕਿਸੇ ਦੀਆਂ ਬਿੱਲੀਆਂ ਅੱਖਾਂ ਨੇ ਬਲੂ ਆਈਜ਼ ਨੇ, ਕਿਸੇ ਦੀਆਂ ਬਰਾਊਨ ਆਈਜ਼ ਨੇ, ਏਸ਼ੀਅਨ ਆਈਜ਼ ਬਰਾਊਨ ਆਈਜ਼ ਹੁੰਦੀਆਂ ਨੇ ਅਤੇ ਯੂਰਪੀਅਨ ਆਈਜ਼ ਬਲੂ ਆਈਜ਼ ਹੁੰਦੀਆਂ ਨੇ, ਉਹਦੇ ਵਿੱਚੋਂ ਲੰਘ ਕੇ ਅਤੇ ਇਸ ਕੁਦਰਤੀ ਅਸੀਂ ਲੈਂਸ ਦਿਖਾਇਆ ਹੈ ਜਿਹਦੇ ਵਿੱਚੋਂ ਲਾਈਟ ਲੰਘਦੀ ਹੈ। ਇੱਥੋਂ ਲਾਈਟ ਲੰਘ ਕੇ ਇੱਥੇ ਜਾ ਕੇ ਇਹਦੇ ਵਿੱਚੋਂ ਲਾਈਟ ਲੰਘ ਕੇ ਅਤੇ ਇੱਥੇ ਪਿੱਛੇ ਰੈਟਨਾ 'ਤੇ ਫੋਕਸ ਹੁੰਦੀ ਹੈ। ਰੈਟਨਾ ਤੋਂ ਫੋਕਸ ਹੋ ਕੇ ਦੋਨੋਂ ਅੱਖਾਂ ਦੀਆਂ ਦੋ ਫੋਟੋ ਬਣ ਕੇ ਫਿਰ ਸਾਡੇ ਦਿਮਾਗ ਵਿੱਚ ਇੱਕ ਫੋਟੋ ਬਣਦੀ ਹੈ। ਔਰ ਇੱਕ ਫੋਟੋ ਜਿਹੜੀ ਦੋ ਅੱਖਾਂ ਤੋਂ ਇੱਕ ਫੋਟੋ ਬਣਦੀ ਹੈ, ਉਹਦੇ ਨਾਲ ਸਾਨੂੰ ਫਾਸਲੇ ਦਾ ਸਹੀ ਅੰਦਾਜ਼ਾ, ਕਿੰਨੀ ਚੀਜ਼ ਦੂਰ ਹੈ, ਡੂੰਘੀ ਕਿੰਨੀ ਹੈ, ਉੱਚੀ ਕਿੰਨੀ ਹੈ, ਜਿਸ ਨੂੰ ਅਸੀਂ ਕੁਦਰਤ ਨੇ ਆਦਮੀ ਨੂੰ ਹੀ ਐਡਾ ਵੱਡਾ ਗੁਣ ਦਿੱਤਾ ਹੈ ਕਿ ਬਾਈਨੋਕੂਲਰ ਵਿਜ਼ਨ, ਇੱਕ ਚੀਜ਼ ਨੂੰ ਅਸੀਂ ਦੋਨਾਂ ਅੱਖਾਂ ਨਾਲ ਇੱਕ ਵਾਰ ਦੇਖ ਕੇ ਉਸ ਦਾ ਬਹੁਤ ਸਹੀ ਅੰਦਾਜ਼ਾ ਲਗਾ ਸਕਦੇ ਹਾਂ। ਇਸ ਲਈ ਇਹੋ ਜਿਹੇ ਕੰਮ ਜਿਨ੍ਹਾਂ ਵਿੱਚ ਬਾਈਨੋਕੂਲਰ ਵਿਜ਼ਨ ਦੀ ਲੋੜ ਹੈ, ਫਾਸਲਾ ਸਹੀ ਲਾਉਣ ਦੀ ਪਤਾ ਲੱਗਣ ਦੀ ਲੋੜ ਹੈ, ਉਹਦੇ ਵਿੱਚ ਇਹ ਜ਼ਰੂਰੀ ਹੁੰਦਾ ਕਿ ਦੋਨਾਂ ਅੱਖਾਂ ਵਿੱਚ ਨਜ਼ਰ ਬਰਾਬਰ ਹੋਣੀ ਚਾਹੀਦੀ ਹੈ। ਸੋ ਮੈਂ ਦੱਸ ਰਿਹਾ ਸੀ ਕਿ ਚਿੱਟਾ ਮੋਤੀਆ ਕੀ ਹੈ। ਹੁਣ ਮੈਂ ਇਹ ਦਿਖਾਇਆ ਸੀ ਕਿ ਕੁਦਰਤੀ ਲੈਂਸ ਜਿਹੜਾ ਹੈ ਕੁਦਰਤ ਨੇ ਸਾਨੂੰ ਦਿੱਤਾ, ਉਹ ਟਰਾਂਸਪੇਰੈਂਟ ਹੈ ਜਿਸ ਤਰ੍ਹਾਂ ਨਜ਼ਰ ਆ ਰਿਹਾ, ਪਰ ਕੁਝ ਕਾਰਨਾਂ ਕਰਕੇ, ਪਰ ਜ਼ਿਆਦਾਤਰ ਉਮਰ ਦੇ ਲਿਹਾਜ਼ ਨਾਲ ਇਹ ਲੈਂਸ ਜਿਹੜਾ ਇਹ ਧੁੰਦਲਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਨੂੰ ਅਸੀਂ ਕੈਟਰਡ ਕਹਿੰਦੇ ਹਾਂ। ਜਾਂ ਮੈਂ ਇਹ ਕਹਿ ਦਿਆਂ ਕਿ ਸਾਡਾ ਕੁਦਰਤੀ ਲੈਂਸ ਜਿਹੜਾ ਧੁੰਦਲਾ ਹੋ ਜਾਂਦਾ ਹੈ ਆਮ ਤੌਰ 'ਤੇ ਉਮਰ ਦੇ ਲਿਹਾਜ਼ ਨਾਲ, ਕਦੀ ਕਦੀ ਮੈਂ ਇਹ ਵੀ ਕਹਿ ਦਿੰਦਾ ਕਿ ਸਾਡਾ ਲੈਂਸ ਬੁੱਢਾ ਹੋਣਾ ਸ਼ੁਰੂ ਹੋ ਗਿਆ ਹੈ, ਅਤੇ ਉਹਨੂੰ ਅਸੀਂ ਚਿੱਟਾ ਮੋਤੀਆ ਕਹਿ ਦਿੰਦੇ ਹਾਂ। ਚਿੱਟੇ ਮੋਤੀਏ ਦੇ ਬਹੁਤ ਸਾਰੇ ਕਾਰਨ ਨੇ, ਪਰ ਮੁੱਖ ਕਾਰਨ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ, ਸਾਡੀ ਉਮਰ ਦਾ ਤਕਾਜ਼ਾ ਹੈ। ਇਹ ਬਿਮਾਰੀ ਨਹੀਂ ਹੈ, ਸਾਡੀ ਉਮਰ ਦੇ ਲਿਹਾਜ਼ ਨਾਲ ਲੈਂਸ 'ਤੇ ਟਰਾਂਸਪੇਰੈਂਸੀ ਜਿਹਨੂੰ ਪਾਰਦਰਸ਼ਕਤਾ, ਉਹਨੂੰ ਫਰਕ ਪੈਣਾ ਹੀ ਹੁੰਦਾ ਹੈ। ਕੁਦਰਤ ਵੱਲੋਂ ਦਿੱਤਾ ਹੋਇਆ ਕੁਦਰਤੀ ਲੈਂਸ ਜਿਹੜਾ ਕਿ ਅੱਖ ਦੇ ਅੰਦਰ ਰੌਸ਼ਨੀ ਨੂੰ ਸਾਡੇ ਰੈਟਨਾ 'ਤੇ ਫੋਕਸ ਕਰਦਾ ਹੈ, ਉਹ ਪਾਰਦਰਸ਼ਕ ਹੁੰਦਾ ਹੈ ਔਰ ਰੌਸ਼ਨੀ ਆਸਾਨੀ ਨਾਲ ਬਾਹਰੋਂ ਕੋਰਨੀਆ ਵਿੱਚੋਂ ਲੰਘ ਕੇ, ਅੱਖ ਦੀ ਪਿਊਪਲ ਵਿੱਚੋਂ ਲੰਘ ਕੇ, ਇਹ ਲੈਂਸ ਵਿੱਚੋਂ ਅੰਦਰ ਲੰਘ ਕੇ ਸਾਡੇ ਇੱਥੇ ਫੋਟੋ ਬਣਾਉਂਦੀ ਹੈ। ਪਰ ਇਹ ਲੈਂਸ ਜਦੋਂ ਪੁਰਾਣਾ ਹੋ ਜਾਂਦਾ ਹੈ, ਜਾਂ ਇਹ ਕਹਿ ਦਈਏ ਕਿ ਉਮਰ ਦੇ ਲਿਹਾਜ਼ ਨਾਲ ਵੱਡੀ ਉਮਰ ਵਿੱਚ ਇਹ ਆਪਣੀ ਪਾਰਦਰਸ਼ਕਤਾ ਹੌਲੀ ਹੌਲੀ ਆਪਣੀ ਪਾਰਦਰਸ਼ਕਤਾ ਟਰਾਂਸਪੇਰੈਂਸੀ ਗਵਾ ਬੈਠਦਾ ਹੈ ਔਰ ਇੱਕ ਇਹੋ ਜਿਹਾ ਨੌਨ ਟਰਾਂਸਪੇਰੈਂਟ ਲੈਂਸ ਬਣ ਜਾਂਦਾ ਹੈ। ਹੁਣ ਜਿਹੜੀ ਬਾਹਰ ਵਾਲੀ ਕੁਦਰਤੀ ਲਾਈਟ ਹੈ ਉਹ ਕੋਰਨੀਆ ਤੋਂ ਲੰਘ ਸਕਦੀ ਹੈ, ਪਰ ਲੈਂਸ ਇੱਕ ਕੰਧ ਦੀ ਤਰ੍ਹਾਂ ਰੁਕਾਵਟ ਦਾ ਕਾਰਨ ਬਣ ਜਾਂਦਾ ਹੈ ਔਰ ਸਾਡੇ ਬਾਹਰ ਵਾਲੀਆਂ ਜਿਹੜੀਆਂ ਕਿਰਨਾਂ, ਲਾਈਟ ਦੇ ਰੇਜ਼ ਆਫ ਲਾਈਟ ਜਿਨ੍ਹਾਂ ਰਾਹੀਂ ਅਸੀਂ ਦੁਨੀਆ ਨੂੰ ਦੇਖ ਰਹੇ ਸੀ, ਉਹ ਲੈਂਸ ਉਹਨੂੰ ਫੋਕਸ ਕਰਨ ਦੀ ਬਜਾਏ ਵਿੱਚ ਉਹਨੂੰ ਰੋਕ ਲੈਂਦਾ ਹੈ ਔਰ ਸਾਡੇ ਰੈਟਨਾ 'ਤੇ ਫੋਟੋ ਨਹੀਂ ਬਣ ਸਕਦੀ। ਇਸ ਤੋਂ ਇਲਾਵਾ ਜਿਸ ਤਰ੍ਹਾਂ ਮੈਂ ਹੋਰ ਦੱਸਣਾ ਚਾਹਾਂਗਾ, ਸਾਡੀ ਅੱਖ 'ਤੇ ਸੱਟ ਲੱਗ ਜਾਵੇ ਤਾਂ ਚਿੱਟਾ ਮੋਤੀਆ ਉਸਦਾ, ਬੱਚੇ ਐਸੀ ਸਪੋਰਟਸ ਕਰਨ ਉਹਦੇ ਸੱਟ ਲੱਗ ਹੋ ਸਕਦਾ ਹੈ ਜੋ ਬੱਚੇ ਨੂੰ ਮੋਤੀਆ ਹੋ ਜਾਏਗਾ। ਕੁਝ ਦਵਾਈਆਂ ਖਾਣ ਨਾਲ, ਕੁਝ ਦਵਾਈਆਂ ਪਾਉਣ ਨਾਲ, ਜਾਂ ਕੁਝ ਮਾਂ ਦੇ ਬਿਨਾਂ ਲੋੜ ਤੋਂ ਐਕਸਰੇ ਲੈਣ ਨਾਲ, ਵਾਰ-ਵਾਰ ਉਹ ਐਕਸਪੋਜ਼ਰ ਕਰਨ ਦੇ ਨਾਲ ਇਹ ਚਿੱਟਾ ਮੋਤੀਆ ਹੋ ਸਕਦਾ ਹੈ।
ਕਿਸੇ ਤੱਕ ਕੁਝ ਲੋਕਾਂ ਦਾ ਖੁਰਾਕ ਨਾਲ ਵੀ ਸੰਬੰਧ ਹੈ, ਕੁਝ ਲੋਕਾਂ 'ਚ ਕੁਝ ਰੇਸਿਸ ਜਿਹੜੀਆਂ ਨੇ ਮੰਗ ਉਹਨਾਂ ਦੇ ਵਿੱਚ ਜ਼ਿਆਦਾ ਹੁੰਦੇ ਆ ਬਨਿਸਬਤ ਦੂਜੀਆਂ ਰੇਸਾਂ ਦੇ ਵਿੱਚ ਹੁੰਦਾ, ਪਰ ਆਮ ਤੌਰ 'ਤੇ ਚਿੱਟਾ ਮੋਤੀ ਜਿਹੜੀ ਸਾਡੇ ਮਨ ਵਿੱਚ ਧਾਰਨਾ ਹੈ ਉਹ ਉਮਰ ਦੇ ਲਿਹਾਜ਼ ਨਾਲ ਹੁੰਦਾ ਹੈ। ਚਿੱਟੇ ਮੋਤੀ ਦਾ ਦਵਾਈਆਂ ਰਾਹੀਂ ਕੋਈ ਅੱਛਾ ਇਲਾਜ ਅਜੇ ਤੱਕ ਬਣ ਨਹੀਂ ਸਕਿਆ, ਔਰ ਇਸ ਦਾ ਇੱਕ ਹੀ ਮਾਤਰ ਇਲਾਜ ਹੈ ਕਿ ਇਹ ਜਿਹੜਾ ਕਿ ਟਰਾਂਸਪੇਰੈਂਟ ਲੈਂਸ ਸੀ ਓਪੇਕ ਹੋ ਗਿਆ ਜਾਂ ਨॉन ਟਰਾਂਸਪੇਰੈਂਟ ਹੋ ਗਿਆ, ਜਿਹੜਾ ਆਪਣੀ ਪਾਰਦਰਸ਼ਤਾ ਗਵਾ ਬੈਠਾ ਹੈ, ਇਹਦੀ ਜਗ੍ਹਾ ਇੱਕ ਅਜਿਹਾ ਲੈਂਸ ਪਾਇਆ ਜਾਵੇ ਜਿਹੜਾ ਫਿਰ ਰੋਸ਼ਨੀ ਨੂੰ ਬਾਹਰੋਂ ਅੰਦਰ ਜਾਣ ਵਿੱਚ ਸਹਾਇਤਾ ਕਰੇ, ਨਾ ਕਿ ਇਸ ਤਰ੍ਹਾਂ ਕੰਧ ਬਣ ਕੇ ਰੋਕੇ। ਇਸ ਲਈ ਇਸ ਲੈਂਸ ਨੂੰ ਕੱਢਣਾ ਜ਼ਰੂਰੀ ਹੋ ਗਿਆ। ਹੁਣ ਇਸ ਲੈਂਸ ਨੂੰ ਕੱਢਣ ਦੇ ਕਈ ਤਰੀਕੇ ਸਨ। ਪੁਰਾਣੇ ਤਰੀਕੇ ਵਿੱਚ ਅਸੀਂ ਸਾਰੇ ਦਾ ਸਾਰਾ ਲੈਂਸ ਕੱਢ ਦਿੰਦੇ ਸੀ ਔਰ ਸਾਨੂੰ ਅੱਖ ਦੇ ਬਾਹਰ ਇੱਕ ਬਹੁਤ ਸਾਰੀ ਮੋਟੀ ਐਨਕ ਲਗਾਉਣੀ ਪੈਂਦੀ ਸੀ। ਫਿਰ ਹੋਰ ਤਰੱਕੀ ਹੋਈ, ਵੱਡਾ ਸਾਰਾ ਇਸ ਕੋਰਨੀਆ 'ਚ ਚੀਰਾ ਦੇ ਕੇ ਅਸੀਂ ਇਹਦਾ ਅੰਦਰਲਾ ਵੱਡਾ ਹਿੱਸਾ ਕੱਢਦੇ ਸੀ। ਫਿਰ ਉਸ ਤੋਂ ਬਾਅਦ ਤਰੱਕੀ ਹੋਈ ਕਿ ਅੱਜ 1 ਮਿਲੀਮੀਟਰ ਤੋਂ ਲੈ ਕੇ 3 ਮਿਲੀਮੀਟਰ ਤੱਕ ਚੀਰੇ ਵਿੱਚੋਂ ਅਸੀਂ ਇਸ ਲੈਂਸ ਨੂੰ ਬਜਾਏ ਕੱਢਣ ਤੇ ਇਹਦੇ ਅਗਲੇ ਹਿੱਸੇ ਵਿੱਚੋਂ ਛੇਕ ਕਰਕੇ ਇਹਦੀ ਜਿਹੜੀਆਂ ਬਾਹਰ ਵਾਲੀਆਂ ਪਰਤਾਂ ਨੂੰ ਬਚਾ ਲੈਂਦੇ ਹਾਂ ਔਰ ਅੰਦਰੋਂ ਇਹਨੂੰ ਸਾਫ਼ ਕਰ ਲੈਂਦੇ ਹਾਂ, ਔਰ ਸਾਫ਼ ਕਰਕੇ ਇਹਦੇ ਅੰਦਰ ਹੀ ਇਸ ਲੈਂਸ ਦੀਆਂ ਬਾਹਰ ਵਾਲੀਆਂ ਪਰਤਾਂ ਨੂੰ ਬਚਾ ਕੇ ਅੰਦਰੋਂ ਸਫਾਈ ਕਰਕੇ ਇਹਦੇ ਵਿੱਚ ਅਸੀਂ ਇੱਕ ਆਰਟੀਫਿਸ਼ੀਅਲ ਲੈਂਸ, ਜਿਹਨੂੰ ਕਿ ਆਮ ਲੋਕ ਅੱਜ ਕੱਲ੍ਹ ਇੰਟਰਾ ਆਕੂਲਰ ਲੈਂਸ ਕਹਿੰਦੇ ਹਨ, ਅੱਖ ਦੇ ਅੰਦਰ ਵਾਲਾ ਲੈਂਸ, ਔਰ ਉਹ ਲੈਂਸ ਉਹ ਕੁਦਰਤੀ ਲੈਂਸ ਵਾਲੇ ਜਗ੍ਹਾ 'ਤੇ ਉਸੇ ਥਾਂ ਪਾ ਦਿੰਦੇ ਹਾਂ ਔਰ ਸਾਨੂੰ ਫਿਰ ਦੁਬਾਰਾ ਸਾਡੇ ਬਾਹਰ ਵਾਲੀਆਂ ਫੋਟੋ ਜਿਹੜੀਆਂ ਇਮੇਜਸ ਨੇ ਉਹਨਾਂ ਦੇ ਵਿੱਚੋਂ ਕਿਰਨਾਂ ਅੰਦਰ ਜਾ ਕੇ ਇਸ ਸ਼ੀਸ਼ੇ ਰਾਹੀਂ, ਜਿਹਨੂੰ ਅਸੀਂ ਕੋਰਨੀਆ ਕਹਿੰਦੇ ਹਾਂ, ਇੱਥੋਂ ਲੰਘ ਕੇ ਫਿਰ ਉਹ ਲੈਂਸ ਜਿਹੜਾ ਆਪਣੀ ਪਾਰਦਰਸ਼ਤਾ ਗਵਾ ਬੈਠਾ ਸੀ ਉਹਦੇ ਵਿੱਚੋਂ ਲੰਘ ਕੇ, ਔਰ ਇਸ ਲੈਂਸ ਦੀ ਇੱਕ ਫੋਕਲ ਲੈਂਥ ਹੈ ਜਿਹਦੇ ਨਾਲ ਜਿਹਨੂੰ ਕਿ ਅਸੀਂ ਕੰਪਿਊਟਰ ਮਸ਼ੀਨਾਂ ਨਾਲ ਕੈਲਕੂਲੇਟ ਕਰਕੇ ਅਸੀਂ ਇੱਥੇ ਪਾ ਦਿੰਦੇ ਹਾਂ ਔਰ ਫਿਰ ਇੱਕ ਵਾਰੀ ਬਾਹਰ ਵਾਲੀ ਦੁਨੀਆ ਦੀ ਫੋਟੋ ਸਾਡੇ ਅੱਖ ਦੇ ਪਿੱਛੇ ਬਣਨੀ ਸ਼ੁਰੂ ਹੋ ਜਾਂਦੀ ਹੈ ਔਰ ਸਾਨੂੰ ਦੁਬਾਰਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਇਹ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਦੱਸਿਆ ਤੁਹਾਨੂੰ, ਇਹ ਇੰਟਰਾਓਕੂਲਰ ਲੈਂਸ, ਇਸ ਨੂੰ ਸਾਫ਼ ਕਰਕੇ ਜਿਹੜਾ ਲੈਂਸ ਪਾਣਾ ਉਹ ਮੈਂ ਇੱਕ ਦਿਖਾਉਂਦਾ ਹਾਂ। ਇੱਕ ਲੈਂਸ ਦਾ ਵੱਡਾ ਮਾਡਲ ਤੁਹਾਨੂੰ ਦਿਖਾਉਂਦਾ ਹਾਂ। ਹਾਲਾਂਕਿ ਬਹੁਤ ਵੱਡਾ ਮਾਡਲ ਹੈ, ਛੋਟਾ ਲੈਂਸ ਤਾਂ ਇਹਨਾਂ ਅੱਖ ਦੇ ਮੁਤਾਬਕ ਛੋਟਾ, ਇਹ ਲੈਂਸ ਛੋਟਾ ਹੋਏਗਾ ਪਰ ਦਿਖਾਉਣ ਲਈ ਵੱਡਾ ਕੀਤਾ ਗਿਆ। ਇਸ ਲੈਂਸ ਨੂੰ ਅਸੀਂ ਕੁਦਰਤੀ ਲੈਂਸ ਦੇ ਅੰਦਰ ਪਾ ਦਿਆਂਗੇ ਇਸ ਤਰ੍ਹਾਂ, ਔਰ ਇਹ ਵਿੱਚ ਅੰਦਰ ਆਪਣੇ ਆਪ ਟਿਕ ਜਾਏਗਾ ਔਰ ਕੁਦਰਤੀ ਲੈਂਸ ਦੀ ਜਗ੍ਹਾ ਆ ਜਾਏਗਾ ਔਰ ਫਿਰ ਦੁਬਾਰਾ ਫੋਟੋ ਸਾਡੇ ਅੱਖ ਦੀ ਬਾਹਰ ਪਿੱਛੇ ਫੋਟੋ ਬਣਨੀ ਸ਼ੁਰੂ ਹੋ ਜਾਏਗੀ। ਬਹੁਤ ਤਰ੍ਹਾਂ ਦੇ ਲੈਂਸ ਆ ਗਏ ਨੇ। ਪਹਿਲਾਂ ਮੋਨੋਫੋਕਲ ਲੈਂਸ ਹੁੰਦੇ ਸੀ ਜਿਹਦੇ ਵਿੱਚ ਆਪਰੇਸ਼ਨ ਤੋਂ ਬਾਅਦ ਲੈਂਸ ਪਾਉਣ ਦੇ ਬਾਵਜੂਦ ਵੀ ਸਾਨੂੰ ਇੱਕ ਜਗ੍ਹਾ ਤੇ ਹੀ ਨਜ਼ਰ ਆਉਂਦਾ ਸੀ। ਜੇ ਦੂਰ ਵਾਲਾ ਲੈਂਸ ਪਾਤਾ ਤੇ ਦੂਰ ਨਜ਼ਰ ਆਉਂਦਾ ਸੀ, ਨਜ਼ਦੀਕ ਵਾਲਾ ਪਾਤਾ ਤੇ ਨਜ਼ਦੀਕ ਨਜ਼ਰ ਆਉਂਦਾ ਸੀ, ਜੇ ਵਿਚਕਾਰ ਵਾਲਾ ਪਾਤਾ ਤੇ ਥੋੜਾ ਦੂਰ ਤੇ ਥੋੜਾ ਨਜ਼ਦੀਕ ਨਜ਼ਰ ਆਉਂਦਾ ਸੀ। ਪਰ ਹੁਣ ਮਲਟੀਫੋਕਲ ਲੈਂਸ ਆ ਗਏ ਨੇ ਜਿਹੜੇ ਕਿ ਦੂਰ, ਵਿਚਕਾਰ ਔਰ ਨੇੜੇ ਤਿੰਨੋਂ ਨਜ਼ਰਾਂ ਦੇ ਸਕਦੇ ਹਨ। ਇਸ ਤੋਂ ਇਲਾਵਾ ਇਹ ਸਫੈਰਿਕ ਲੈਂਸ ਆ ਗਏ ਨੇ। ਆਮ ਤੌਰ ਤੇ ਸਫੈਰੀਕਲ ਲੈਂਸ ਅਸੀਂ ਪਹਿਲਾਂ ਪਾਉਂਦੇ ਸੀ, ਹੁਣ ਇਹ ਸਫੈਰਿਕ ਲੈਂਸ ਆ ਗਏ ਨੇ। ਉਹਦਾ ਮਤਲਬ ਕਿ ਕੁਆਲਿਟੀ ਆਫ ਜਿਹੜੀ ਵਿਜ਼ਨ ਹੈ ਉਹ ਅੱਗੇ ਨੂੰ ਕੁਆਲਿਟੀ ਆਫ ਲਾਈਟ ਜਿਹੜੀ ਫੋਟੋ ਆ ਸਾਡੀ ਉਹ ਅੱਛੀ ਬਣਨੀ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਲੈਂਸ ਦੀਆਂ ਕੁਆਲਿਟੀਜ਼ ਵਧੀਆ ਤੋਂ ਵਧੀਆ ਦੁਨੀਆ ਦੇ ਹਰ ਕੋਨੇ ਵਿੱਚ ਮਿਲਦੀਆਂ ਨੇ। ਮਲਟੀਨੈਸ਼ਨਲ ਕੰਪਨੀਜ਼ ਜੋ ਬਣਾਉਂਦੀਆਂ ਨੇ, ਹਰ ਵਧੀਆ ਲੈਂਸ ਦੁਨੀਆ ਦੇ ਕਿਸੇ ਕੋਨੇ ਵਿੱਚੋਂ ਲੈ ਕੇ ਪਵਾਇਆ ਜਾ ਸਕਦਾ ਹੈ ਔਰ ਫਿਰ ਅਸੀਂ ਆਪਣੀ ਅੱਖ ਨੂੰ, ਆਪਣੇ ਕੁਦਰਤੀ ਨਜ਼ਾਰਿਆਂ ਨੂੰ, ਕੁਦਰਤੀ ਅਸੀਂ ਔਰ ਇੱਕ 70-80 ਸਾਲ ਦੀ ਉਮਰ ਵਿੱਚ ਮੁੜ ਕੇ ਫਿਰ 25-30 ਸਾਲ ਦੀ ਉਮਰ ਵਾਲੀ ਨਜ਼ਰ ਦੇ ਬਰਾਬਰ ਲਿਆਉਣ ਵਿੱਚ ਕਾਮਯਾਬ ਹੋ ਗਏ ਹਾਂ। ਇਹ ਇੱਕ ਸਾਇੰਸ ਦੀ ਬੜੀ ਵੱਡੀ ਤਰੱਕੀ ਹੈ ਕਿ ਵੱਡੀ ਉਮਰ ਵਿੱਚ ਹੀ ਅਸੀਂ ਛੋਟੇ ਜਵਾਨੀ ਵਾਲੀ ਅਸੀਂ ਨਜ਼ਰ ਪਾਉਣ ਵਿੱਚ ਅਸੀਂ ਕਾਮਯਾਬ ਹੋ ਜਾਂਦੇ ਹਾਂ। ਅੱਖ ਦੇ ਆਪਰੇਸ਼ਨ ਬਾਰੇ ਸਾਡੇ ਮਨ ਵਿੱਚ ਬਹੁਤ ਸਾਰੀਆਂ ਗਲਤਫਹਿਮੀਆਂ ਹਨ ਜਿਨ੍ਹਾਂ ਨੂੰ ਤੋਂ ਜਾਣੂ ਕਰਾਉਣਾ ਮੈਂ ਜ਼ਰੂਰੀ ਸਮਝਦਾ ਹਾਂ। ਅੱਖ ਦੇ ਆਪਰੇਸ਼ਨ ਬਾਰੇ ਜਾਂ ਚਿੱਟੇ ਮੋਤੀ ਦੇ ਆਪਰੇਸ਼ਨ ਬਾਰੇ ਜਦੋਂ ਕਦੀ ਗੱਲ ਕੀਤੀ ਜਾਂਦੀ ਸੀ ਤਾਂ ਸਾਡੇ ਮਨ ਵਿੱਚ ਇੱਕ ਬਹੁਤ ਵੱਡਾ ਸਾਰਾ ਆਪਰੇਸ਼ਨ, ਜਿਸ ਬਹੁਤ ਹਫ਼ਤਿਆਂ ਤੱਕ ਜਾਂ ਮਹੀਨਿਆਂ ਤੱਕ ਆਰਾਮ ਕਰਨਾ, ਇਹ ਪਾਸਾ ਨਾ ਲੈਣਾ, ਕੰਮ ਨਾ ਕਰਨਾ, ਅੱਖ ਦਾ ਲਾਲ ਹੋਣਾ, ਅੱਖ ਤੇ ਹਰੀ ਪੱਟੀ ਬੰਨ੍ਹਣ ਦੇ ਖਿਆਲ ਆਉਂਦੇ ਸੀ। ਪਰ ਅੱਜ ਦੀ ਸਾਇੰਸ ਦੀ ਤਰੱਕੀ ਨਾਲ ਬਿਨਾਂ ਟੀਕਾ, ਬਿਨਾਂ ਟਾਂਕਾ, ਬਿਨਾਂ ਪੱਟੀ, ਬਿਨਾਂ ਐਨਕ, ਬਿਨਾਂ ਪਰਹੇਜ਼ ਔਰ ਦੂਸਰੇ ਦਿਨ ਹੀ ਆਪਣੇ ਕੰਮ ਤੇ ਜਾਣ ਦੇ ਯੋਗ ਅੱਖ ਬਣਾਈ ਜਾ ਸਕਦੀ ਹੈ। ਔਰ ਇਸ ਨੂੰ ਅਸੀਂ ਡਰਾਈ ਬੈਕ ਸਰਜਰੀ, ਅੰਗਰੇਜ਼ੀ ਵਿੱਚ ਡਰਾਈ ਬੈਕ ਸਰਜਰੀ ਮਤਲਬ ਅਸੀਂ ਆਪਣੀ ਅੱਖ ਦਾ ਆਪਰੇਸ਼ਨ ਕਰਾ ਕੇ ਉਸੇ ਅੱਖ ਨਾਲ ਦੇ ਕੇ ਵਾਪਸ ਆਪਣੀ ਗੱਡੀ ਚਲਾ ਕੇ ਜਾ ਸਕਦੇ ਹਾਂ।
आम ਜਿਹੜੀਆਂ ਕਿ ਆਪਣੀ ਪ੍ਰੀਵੈਂਸ਼ਨਸ ਨੇ ਜਾਂ ਸਾਨੂੰ ਹੈ ਕਿ ਗੰਦਾ ਹੱਥ ਨਹੀਂ ਲਗਾਉਣਾ ਚਾਹੀਦਾ, ਬਹੁਤ ਵੱਡਾ ਭਾਰ ਵਾਲਾ ਕੰਮ ਨਹੀਂ ਕਰਨਾ ਚਾਹੀਦਾ, ਕੰਟੈਕਟ ਸਪੋਰਟਸ ਜਿਹੜੀਆਂ ਕੋਈ ਬਾਕਸਿੰਗ ਕਰਦਾ ਉਹਨੂੰ ਨਹੀਂ ਕਰਨੀ ਚਾਹੀਦੀ, ਜਾਂ ਜਿਹੜਾ ਕੋਈ ਸਵਿਮਿੰਗ ਕਰਦਾ ਉਹਨੂੰ ਸਵਿਮਿੰਗ ਨਹੀਂ ਕਰਨੀ ਚਾਹੀਦੀ, ਅੱਖ ਨੂੰ ਸਾਫ਼ ਰੱਖਣਾ ਚਾਹੀਦਾ ਹੈ ਔਰ ਡਾਕਟਰ ਸਾਹਿਬ ਦੇ ਦੱਸੇ ਮੁਤਾਬਕ ਦਵਾਈ ਪਾਣੀ ਚਾਹੀਦੀ ਹੈ। जिस तरह के दसिया कि चिट्टे मोतिए का अजकल बहुत ही वधिया ते बहुत अच्छे ऑपरेशन हो सकते हैं। पुराने जमाने हुंदा सी कि ऑपरेशन करके 15-15 दिन मरीज़ हफ्ता लम्मे पे रहिंदे सी, सीधे लेटना हुंदा सी ते टांके नहीं लगे हुंदे सी। ते अजकल फिर बिना टांकियां तो ऑपरेशन आ गए ने, पर अजकल कोई लम्मे पैन की जरूरत नहीं, कोई लंबा चौड़ा रेस्ट करने की जरूरत नहीं। तो जिहड़ी सब तो जरूरी गल है कि अजकल जिहड़े लेटेस्ट मशीनां नाल फेको एमल्सिफिकेशन नाल जिहड़े ऑपरेशन हुंदे है वो हर मौसम च हर सीजन च बहुत वधिया हुंदे ने। ते इस करके जो असीं दसना चाहुंदे आ कि कई पुराने बजुर्ग जिहड़े ने वो उडीकते रहिंदे ने कि वधिया मौसम आएगा तो उदों असीं ऑपरेशन करवावांगे। तो कई वारी वधिया मौसम उडीकते चिट्टा मोतिया जिहड़ा काला मोतिया बन जाता, फुल जाता लेंस तो काला मोतिया हो जाता। यह जिहड़ा लेंस है जे फुल जाए तो काला मोतिया कर दिंदा है। तो जिहड़ी चीज़ बिल्कुल आराम नाल हो जानी सी उहदे नाल उहदी जगह ते काला मोतिया हो जाता है। तो जिहड़ा काला मोतिया है उहदे नाल जिहड़ी नज़र चली जाती है वो कदी भी वापस नहीं आती। सो किसी भी मौसम नूं उडीकना नहीं, जदों तुहाडे डॉक्टर सलाह देन कि ऑपरेशन करवा लो, करवा लेना चाहिए, क्योंकि किसी ने ठीक ही किया वेले दी नमाज ते कवेले दियां टक्करां। सो टक्करां नहीं मारनियां। जदों भी तुहानूं डॉक्टर तुहाडे सलाह दिंदे ने कि ऑपरेशन करवा लो, करवा लेना चाहिए, डरना नहीं चाहिए, क्योंकि तुहानूं कोई बहुते लंबे चौड़े रेस्ट की जरूरत नहीं है, कोई टीका नहीं है, कोई टांका नहीं है, कोई पट्टी नहीं है। ऑपरेशन करा के तुसी अपने आप ड्राइव करके घर जा सकते हो। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਡਾਕਟਰ ਬਲਬੀਰ ਸਿੰਘ ਭੌਰਾ, ਫੋਨ 9814 78867 ਤੇ 227 3606। एसी माही मीडिया प्लस दी पेशकश टेल मी डॉक्टर। दिस प्रोग्राम ब्रॉट टू यू बाय अपनाpunjab.com। अपने नाल मिलाए।